ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਜਿਹੜਾ ਗਹਿਰਾਉਂਦਾ ਜਾ ਰਿਹਾ ਕਿਉਂਕਿ ਕੋਲੇ ਦਾ ਭੰਡਾਰਨ ਘਟ ਰਿਹਾ ਹੈ ਤੇ ਇਸ ਕਰਕੇ ਜਿਹੜੀ ਇਹ ਦਿੱਕਤ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਦੋ ਦਿਨਾਂ ਤੋਂ ਕਾਫੀ ਜ਼ਿਆਦਾ ਕੱਟ ਲੱਗੇ ਨੇ ਅਤੇ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ, ਵੱਡਾ ਬਿਜਲੀ ਸੰਕਟ ਦੇਖਣ ਨੂੰ ਮਿਲਿਆ ਸੀ, ਤਾਂ ਉੱਦਾਂ ਦੀ ਸਥਿਤੀ ਬਣਦੀ ਜਾ ਰਹੀ ਹੈ। PSPCL ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਵੇਸਟ ਨਾ ਕੀਤੀ ਜਾਵੇ, ਜੇਕਰ ਲੋੜ ਹੈ ਤਾਂ ਹੀ ਉਪਕਰਨ ਵਰਤੇ ਜਾਣ। ਤਾਂ ਸਵਾਲ ਵੱਡਾ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਇਸ ਕਦਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹੋਣ ਕਿ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ, ਜਿਹੜੇ ਬੇਸਿਕ ਅਮੈਨਿਟੀਜ਼ ਦੇ ਵਿੱਚ ਸੂਬਾ ਕਿਉਂ ਪਛੜਦਾ ਜਾ ਰਿਹਾ। ਤਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾਉਂਦੇ ਹਾਂ ਜੀ ਮਹਿਮਾਨਾਂ ਦੇ ਨਾਲ। ਵਿਦੇਸ਼ ਜਿੰਦਲ ਨੇ ਜੀ ਸਾਡੇ ਨਾਲ, ਉੱਗੇ ਉਦਯੋਗਪਤੀ ਨੇ। ਵਿਨੋਦ ਭਾਰਤੀ ਜੀ ਨੇ, ਸੈਕਟਰੀ ਨੇ ਪੰਜਾਬ ਕਾਂਗਰਸ ਦੇ। SS ਚੰਨੀ ਜੀ ਨੇ ਸਾਡੇ ਨਾਲ, ਸਪੋਕਸਪਰਸਨ ਨੇ ਪੰਜਾਬ ਭਾਜਪਾ ਦੇ। ਔਰ ਗੁਰਦੀਪ ਸਿੰਘ ਗੋਸ਼ਾ ਜੀ ਨੇ ਸਾਡੇ ਨਾਲ, ਯੂਥ ਅਕਾਲੀ ਦਲ ਦੇ ਉੱਗੇ ਆਗੂ ਨੇ ਅਤੇ ਪ੍ਰਧਾਨ ਨੇ ਅਰਬਨ ਲੁਧਿਆਣਾ ਤੋਂ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾ ਸਵਾਲ ਜਿੰਦਲ ਸਾਹਿਬ ਤੋਂ ਲੈਂਦੇ ਹਾਂ। ਜਿੰਦਲ ਸਾਹਿਬ, ਉਦਯੋਗਪਤੀ ਹੋ, ਬਿਹਤਰ ਦੱਸ ਸਕਦੇ ਹੋ, ਬਿਜਲੀ ਸੰਕਟ ਫਿਰ ਤੋਂ ਮੰਡਰਾ ਰਿਹਾ ਹੈ ਪੰਜਾਬ ਦੇ ਵਿੱਚ। ਸਰ ਦੇਖੋ, ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਜੇ ਆਪਾਂ ਅੱਜ ਸੈਂਟਰ ਦੀ ਸਟੇਟਮੈਂਟ ਨੂੰ ਦੇਖੀਏ ਤੇ PSPCL ਦੇ ਚੇਅਰਮੈਨ ਦੀ ਸਟੇਟਮੈਂਟ ਨੂੰ ਦੇਖੀਏ, ਦੋਨੋਂ ਸਟੇਟਮੈਂਟਸ ਹੀ ਆਪਸ ਵਿੱਚ ਮੈਚ ਨਹੀਂ ਹੋ ਰਹੀਆਂ। ਸੈਂਟਰ ਦੀ ਇਹ ਸਟੇਟਮੈਂਟ ਆਈ ਹੈ ਕਿ ਇੰਡੀਆ ਦੇ ਵਿੱਚ ਕੋਲ ਦੀ ਕੋਈ ਕਮੀ ਨਹੀਂ ਹੈ। 400 ਲੱਖ ਟਨ ਕੋਲਾ ਜਿਹੜਾ ਹੈ ਉਹ ਉਹਨਾਂ ਦੇ ਰਿਜ਼ਰਵ ਦੇ ਵਿੱਚ ਪਿਆ ਹੈ। ਡੇਲੀ ਦੀ 20 ਲੱਖ ਟਨ ਦੀ ਕੰਜ਼ੰਪਸ਼ਨ ਹੈ। ਤੇ ਇਸ ਕਰਕੇ ਜੇ ਉਹਨਾਂ ਨੂੰ ਦੇਖਿਆ ਜਾਂਦਾ ਹੈ ਤੇ ਜੇ ਦੂਸਰੇ ਪਾਸੇ ਆਪਾਂ PSPCL ਦੇ ਚੇਅਰਮੈਨ ਦੀ ਕੱਲ ਦੀ ਸਟੇਟਮੈਂਟ ਦੇਖ ਲਈਏ ਕਿ 2 ਦਿਨ ਦਾ ਕਿਸੇ ਪਲਾਂਟ ਤੇ ਕੋਲਾ ਰਹਿ ਗਿਆ ਤੇ ਕਿਸੇ ਇੱਕ, ਇਹ ਆਪਸ 'ਚ ਹਰ ਚੀਜ਼ ਮਿਸਮੈਚ ਕਰ ਰਹੀ ਹੈ। ਕੋਈ ਵੀ ਚੀਜ਼ ਇੱਥੇ ਪਲੈਨਿੰਗ ਦੇ ਵਿੱਚ ਨਜ਼ਰ ਨਹੀਂ ਆ ਰਹੀ। ਕੱਲ ਤੋਂ ਇੰਡਸਟਰੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਮਿਕਸਲੈਂਡ ਯੂਜ਼ ਏਰੀਆ 'ਚ 4 ਤੋਂ 6 ਘੰਟੇ ਦੇ ਆਸ-ਪਾਸ ਕੱਟ ਲੱਗੇ ਨੇ, ਜਿਹਦੇ ਨਾਲ ਪ੍ਰੋਡਕਸ਼ਨ ਬਹੁਤ ਹੀ ਜ਼ਿਆਦਾ ਇਫੈਕਟਡ ਹੋ ਰਹੀ ਹੈ। ਕਾਰਨ ਇਹ ਹੈ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਇਸ ਟਾਈਮ ਔਰ ਐਕਸਪੋਰਟ ਜਿਹੜੀ ਹੈ ਉਹ ਇੱਕ ਟਾਰਗੇਟਡ ਹੁੰਦੀ ਹੈ ਕਿਉਂਕਿ ਦਸੰਬਰ 'ਚ ਪੂਰੇ ਵਰਲਡ ਦੇ ਵਿੱਚ ਇੱਕ ਸਮਾਨ ਪਹੁੰਚਾਉਣਾ ਬੜਾ ਜ਼ਰੂਰੀ ਹੁੰਦਾ ਉਸ ਫੈਸਟੀਵਲ ਤੋਂ। ਔਰ ਹਾਲਾਤ ਇਹ ਹੋ ਗਏ ਨੇ ਕਿ ਕਿਉਂਕਿ 95% ਇੰਡਸਟਰੀ ਜਿਹੜੀਆਂ ਉਹ ਪੰਜਾਬ ਦੀਆਂ ਵਿਦਆਊਟ ਜਨਰੇਟਰਸ ਕੰਮ ਕਰ ਰਹੀਆਂ। ਜਿਹੜੀਆਂ 5% ਇੰਡਸਟਰੀ ਜਿਨ੍ਹਾਂ ਕੋਲ ਜਨਰੇਟਰ ਵੀ ਹੈ, ਉਹ 92 ਰੁਪਏ ਡੀਜ਼ਲ ਫੂਕ ਕੇ 20 ਰੁਪਏ ਜਿਹੜੀ ਬਿਜਲੀ ਪੈਂਦੀ ਹੈ ਉਹਨਾਂ ਨੂੰ ਪੜਤਾ ਨਹੀਂ ਲੱਗ ਰਿਹਾ। ਓਵਰਆਲ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਹੋਣੇ ਸ਼ੁਰੂ ਹੋ ਗਏ ਨੇ। ਲੇਕਿਨ ਮੈਨੂੰ ਲੱਗ ਰਿਹਾ, ਜੋ ਮੈਂ ਪਰਸਨਲੀ ਸਮਝਦਾ, ਕਿ ਕਿਤੇ ਨਾ ਕਿਤੇ ਬਹੁਤ ਵੱਡਾ ਸਕੈਮ ਸ਼ਾਇਦ ਅੱਗੇ ਸਾਹਮਣੇ ਆਏਗਾ ਕਿਉਂਕਿ ਕਿਸੇ ਆੜ ਦੇ ਵਿੱਚ ਦੁਬਾਰਾ ਜਿਹੜਾ ਕੋਲੇ ਦੇ ਰੇਟ ਨੇ ਉਹ 12 ਰੁਪਏ ਕਿਲੋ ਤੋਂ ਵਧਾ ਕੇ 30 ਰੁਪਏ 35 ਰੁਪਏ ਕਿਲੋ ਕ੍ਰਾਸ ਹੁੰਦਾ ਜਾ ਰਿਹਾ। ਇਸ ਕਰਕੇ ਕਿਤੇ ਨਾ ਕਿਤੇ ਉਧਰਲੇ ਪਾਸੇ ਨੂੰ ਵੀ ਜਿਹੜੀ ਗੱਲ ਥੋੜੀ ਜਿਹੀ ਜਾ ਰਹੀ ਹੈ। ਚਲੋ ਬਿਲਕੁਲ ਜ਼ਿੰਮੇਵਾਰੀ ਸਰਕਾਰਾਂ ਦੀ ਵੀ ਬਣਦੀ ਹੈ। ਕਾਂਗਰਸ ਦੀ ਸੂਬੇ 'ਚ ਸਰਕਾਰ ਹੈ ਔਰ ਭਾਰਤੀ ਜੀ ਤੋਂ ਬਿਹਤਰ ਮੈਨੂੰ ਲੱਗਦਾ ਕੋਈ ਨਹੀਂ ਦੱਸ ਪਾਏਗਾ। ਭਾਰਤੀ ਜੀ, ਸਿਸਟਮ ਚੱਲ ਕੀ ਰਿਹਾ ਹੈ, ਕਿੰਨੀ ਸਮੱਸਿਆ ਹੁੰਦੀ ਹੈ? ਬਿਲਕੁਲ ਇੱਕ ਮੌਲਿਕ ਸਹੂਲਤਾਂ ਦੇ ਵਿੱਚ ਹੈ ਬਿਜਲੀ ਅੱਜ ਦੇ ਸਮੇਂ ਦੇ ਵਿੱਚ। ਔਰ ਪਹਿਲਾਂ ਵੀ ਪੰਜਾਬ ਦੇ ਵਿੱਚ ਅੱਜ ਤੋਂ ਕੁਝ ਮਹੀਨੇ ਪਹਿਲਾਂ ਬਹੁਤ ਦਿੱਕਤ ਆਈ ਸੀਗੀ ਔਰ ਬੜਾ ਵੱਡਾ ਕੱਟ ਲੱਗੇ ਸੀ, ਬਹੁਤ ਜ਼ਿਆਦਾ ਲੋਕੀ ਪਰੇਸ਼ਾਨ ਹੋਏ ਸੀ ਔਰ ਹੁਣ ਉੱਦਾਂ ਦੀ ਸਥਿਤੀ ਬਣਦੀ ਜਾ ਰਹੀ ਹੈ। ਔਰ ਔਨ ਰਿਕਾਰਡ ਸਟੇਟਮੈਂਟ ਵੀ ਹੈਗੀ ਹੈ ਕਿ ਕੋਲੇ ਦੀ ਕਮੀ ਹੈ। ਗਗਨ ਜੀ, ਸਭ ਤੋਂ ਪਹਿਲਾਂ ਪੈਨਲ 'ਚ ਬੈਠੇ ਸਾਰੇ ਮੇਰੇ ਸਾਥੀ ਔਰ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਜਿਹੜੀ ਇਹ ਬੜੀ ਕਰੰਟ ਇਸ਼ੂ ਹੈ ਔਰ ਕਰੰਟ ਪ੍ਰੋਬਲਮ ਹੈ ਇੰਡਸਟਰੀ ਲਈ, ਰੈਜ਼ੀਡੈਂਸ਼ੀਅਲ ਲਈ, ਸਮਾਜ ਦੇ ਹਰ ਤਬਕੇ ਲਈ, ਕਿਉਂਕਿ ਪਿੱਛੇ ਜੇ ਜੋ ਸੂਚਨਾ ਮਿਲੀ ਕਿ ਸਤੰਬਰ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ। ਉਸ ਬਾਰਿਸ਼ ਦੇ ਕਾਰਨ ਕੋਲੇ ਦੀਆਂ ਖਦਾਨਾਂ 'ਚ ਪਾਣੀ ਭਰ ਗਿਆ ਔਰ ਪਾਣੀ ਭਰਨ ਕਾਰਨ ਕੋਲੇ ਦੀ ਸਪਲਾਈ ਜਿਹੜੀ ਹੈ ਉਹ ਡਿਸਟਰਬ ਹੋ ਗਈ। ਔਰ ਉਸ ਤੋਂ ਬਾਅਦ ਜਦੋਂ ਇੱਧਰੋਂ ਕਰੋਨਾ ਕੰਟਰੋਲ ਹੋ ਗਿਆ ਔਰ ਜਿੰਨੇ ਵੀ ਇੰਡਸਟਰੀਅਲ ਯੂਨਿਟ ਬੰਦ ਪਏ ਸੀ ਉਹ ਸਾਰੇ ਚੱਲ ਪਏ। ਬਿਜਲੀ ਦੀ ਡਿਮਾਂਡ ਇੱਕਦਮ ਵੱਧ ਗਈ ਔਰ ਡਿਮਾਂਡ ਵਧਣ ਦੇ ਕਾਰਨ ਜਿਹੜਾ ਹੈ ਉਹਦੀ ਕੰਜ਼ੰਪਸ਼ਨ ਵੀ 18% ਵੱਧ ਗਈ। 16% ਕੋਲੇ ਦੀ ਡਿਮਾਂਡ ਇਨਕਰੀਜ਼ ਹੋ ਗਈ ਔਰ 37% ਇਹਦੀ ਸਪਲਾਈ ਸ਼ਾਰਟ ਹੋ ਗਈ। ਜਿਹਦੇ ਕਰਕੇ ਇਹ ਥਰੂ ਮੈਂ ਦੱਸ ਰਿਹਾ, ਕੱਲਾ ਪੰਜਾਬ ਨੂੰ ਫਰਕ ਨਹੀਂ ਪਿਆ। ਹੁਣੇ ਜਿੰਦਲ ਸਾਹਿਬ ਕਹਿ ਰਹੇ ਸੀ ਕਿ ਵੀ ਇਹ ਸਟੇਟ ਗਵਰਨਮੈਂਟ ਦੀ ਡਿਊਟੀ ਬਣਦੀ ਹੈ, ਸੈਂਟਰਲ ਗਵਰਨਮੈਂਟ ਕੁਝ ਕਹਿ ਰਿਹਾ, ਸਟੇਟ ਗਵਰਨਮੈਂਟ ਕੁਝ ਕਹਿ ਰਹੀ ਹੈ। ਬਲਕਿ ਹਿੰਦੁਸਤਾਨ 'ਚ 5 ਸਟੇਟਾਂ ਬੜੀ
ਬੁਰੀ ਤਰ੍ਹਾਂ ਇਫੈਕਟ ਹੋਈਆਂ, ਜਿਨ੍ਹਾਂ ਵਿੱਚ ਰਾਜਸਥਾਨ ਹੈ, ਉੱਤਰ ਪ੍ਰਦੇਸ਼ ਹੈ, ਬਿਹਾਰ ਹੈ, ਹਰਿਆਣਾ ਹੈ, ਪੰਜਾਬ ਹੈ। ਔਰ ਇਹ ਜਿਹੜੀ ਡਿਊਟੀ ਬਣਦੀ ਹੈ ਸੈਂਟਰਲ ਗਵਰਨਮੈਂਟ ਦੀ ਬਣਦੀ ਹੈ ਕਿ ਪ੍ਰੋਪਰ ਸਪਲਾਈ ਉਹਨਾਂ ਨੂੰ ਦੇਵੇ। ਜੇਕਰ ਉਹ ਔਰ ਇੱਥੋਂ ਤੱਕ ਕਿ ਜਿਹੜਾ ਸੈਂਟਰ ਐਨਰਜੀ ਮਿਨਿਸਟਰ ਹੈ ਆਰ.ਕੇ. ਸਿੰਘ, ਉਹਨਾਂ ਨੇ ਕਿਹਾ ਕਿ ਆਮ ਤੌਰ ਤੇ 4-5 ਦਿਨ ਦਾ ਸਟਾਕ ਸਾਰੇ ਪਲਾਂਟਾਂ ਕੋਲ ਹੈਗਾ ਔਰ ਇਹਨਾਂ ਨੂੰ ਪ੍ਰੋਪਰ ਸਪਲਾਈ ਦਿੱਤੀ ਜਾਏਗੀ। ਪੰਜਾਬ ਦੇ ਮਿਨਿਸਟਰ ਨੇ ਵੀ ਸੈਂਟਰਲ ਗਵਰਨਮੈਂਟ ਨੂੰ ਆਗਾਹ ਕੀਤਾ ਕਿ ਸਾਡੀ ਬਿਜਲੀ ਸਪਲਾਈ ਜਿਹੜੀ ਆ ਪਰ ਦਿੱਕਤ ਡਿਸਟਰਬ ਇਹ ਹੈ ਨਾ ਨਾ ਜੀ ਕਿ ਹੋਵੇ। ਪਹਿਲਾਂ ਸਮਾਂ ਰਹਿੰਦੇ ਨਹੀਂ ਦੱਸਿਆ ਗਿਆ, ਤਾਂ ਹੀ ਤਾਂ ਦਿੱਕਤ ਆਈ ਹੈ। ਵਿਦੇਸ਼ ਜੀ ਹੋਰਾਂ ਤੋਂ ਵੀ ਪੁੱਛਾਂਗੇ। ਚਲੋ ਠੀਕ ਹੈ, ਆਪਾਂ ਇੱਕ ਕਮੈਂਟ ਲਈਏ ਚੰਨੀ ਸਾਹਿਬ ਤੋਂ ਵੀ ਲਈਏ। ਐਸ ਚੰਨੀ ਸਾਡੇ ਨਾਲ ਨੇ। ਚੰਨੀ ਸਾਹਿਬ, ਇਹਦੇ ਉੱਤੇ ਤੁਸੀਂ ਕੀ ਕਮੈਂਟ ਕਰਦੇ ਹੋ? ਜੋ ਸਥਿਤੀ ਬਣੀ ਹੋਈ ਹੈ, ਜਿਵੇਂ ਜਿੰਦਲ ਜੀ ਨੇ ਕਿਹਾ ਕਿ ਹੁਣ ਜਿਹੜਾ ਬਿਲਕੁਲ ਪੀਕ ਵਾਲਾ ਸੀਜ਼ਨ ਹੈ ਔਰ ਤਿਉਹਾਰਾਂ ਦਾ ਸੀਜ਼ਨ ਹੈ, ਵੈਸੇ ਹੀ ਚਲੋ ਪ੍ਰੋਡਕਸ਼ਨ ਦੀ ਵੀ ਇੱਕ ਡਿਮਾਂਡ ਹੈ, ਉੱਦਾਂ ਵੀ ਹੁਣ ਬਿਜਲੀ ਦੀ ਖਪਤ ਵੀ ਲਾ ਲਈਏ ਆਮ ਤੌਰ ਤੇ ਵੀ ਜ਼ਿਆਦਾ ਹੁੰਦੀ ਹੈ ਇਹਨਾਂ ਦਿਨਾਂ 'ਚ। ਗਗਨ ਜੀ, ਮੇਰੀ ਵੀ ਪਹਿਲਾਂ ਤਾਂ ਮੇਰੇ ਤੋਂ ਪਹਿਲੇ ਸਾਰੇ ਸੋਚਣ ਦਾ ਸਤਿਕਾਰ। ਹਲੇ ਹੈਗੀ ਹੈ ਕਿ ਕੋਲ ਸ਼ਾਰਟੇਜ ਦਾ ਉਹ ਲੈਵਲ ਤੇ ਨਹੀਂ ਹੈਗਾ, ਇੰਟਰਨੈਸ਼ਨਲ ਲੈਵਲ ਦਾ ਕ੍ਰਾਈਸਿਸ ਹੈ। ਚਾਈਨਾ ਹੈਗਾ ਜਾਂ ਈਵਨ ਸਾਊਥ ਅਫਰੀਕਾ ਹੈਗਾ ਜਾਂ ਹੋਰ ਬੜੇ ਮੁਲਕਾਂ ਦੇ ਵਿੱਚ ਹੈਗਾ ਜਿੱਥੇ ਕਿ ਇਹ ਕੋਲ ਦੀ ਸ਼ਾਰਟੇਜ ਹੈ। ਔਰ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿਹੜੀਆਂ ਕੋਲ ਮਾਈਨਿੰਗ ਏਰੀਆ ਸੀਗਾ, ਉੱਥੇ ਜਿਹੜੀ ਬਰਸਾਤ ਜ਼ਿਆਦਾ ਹੋਣ ਕਰਕੇ ਕੋਲ ਮਾਈਨਿੰਗ ਦੀ ਜਿਹੜੀ ਕਪੈਸਿਟੀ ਹੈ ਉਹ ਬਹੁਤ ਘੱਟ ਗਈ ਔਰ ਉੱਥੋਂ ਜਿਹੜੀ ਕੋਲ ਮੂਵਮੈਂਟ ਹੈ ਉਹ ਬਹੁਤ ਘੱਟ ਗਈ। 135 ਸਾਡੇ ਕੋਲ ਫਾਇਰਡ ਥਰਮਲ ਪਲਾਂਟਸ ਨੇ ਔਰ 70% ਜਿਹੜੀ ਬਿਜਲੀ ਹੈ ਅਸੀਂ ਕੋਲ ਬੇਸਡ ਹੈ, ਸਾਡਾ ਜਿਹੜਾ ਕੰਟਰੀ ਹੈਗਾ। ਸੋ ਉਹ ਸਾਰੀ ਜਿਹੜੀ ਸ਼ਾਰਟੇਜ ਹੈ ਉਹ ਉਹਦੇ ਕਰਕੇ ਵੀ ਆਈ ਹੈਗੀ ਹੈ। ਪਲੱਸ ਜਿਹੜਾ ਮਾਰਚ 2021 ਦੇ ਵਿੱਚ ਐਸ ਗ੍ਰੋਥ ਅਰਾਈਵਡ ਰਿਜ਼ਰਵ ਜਿਹੜਾ ਸੀਗਾ ਕੋਲ ਦਾ ਜਿਹੜਾ ਸੀਗਾ ਉਹ $60 ਦਾ ਟਨ ਸੀਗਾ ਫਿਲੀਪੀਨਸ। ਉਹ ਅੱਜ 160 ਟਨ ਉਹਦਾ ਰੇਟ ਹੋ ਗਿਆ ਪਰ ਮੀਟ੍ਰਿਕ ਟਨ। ਸੋ ਉਹ ਸਾਡੇ ਇੰਪੋਰਟਡ ਕੋਲ ਬੇਸਡ ਪਲਾਂਟ ਸੀਗੇ, ਉਹਨਾਂ ਨੂੰ ਮਹਿੰਗਾ ਕੋਲ ਜਿਹੜਾ ਲੈ ਕੇ ਚਲਾਣੇ ਪੈ ਰਹੇ ਨੇ ਔਰ ਉਹਨਾਂ ਨੇ ਜਿਹੜੀ ਆਪਣੀ ਪ੍ਰੋਡਕਸ਼ਨ ਹੈਗੀ ਆ ਬਹੁਤ ਘਟਾ ਦਿੱਤੀ ਹੈ ਜਾਂ ਕਈ ਜਗ੍ਹਾ ਤੇ ਤਾਂ ਬੰਦ ਹੋ ਗਈ ਹੈ। ਹੁਣ 8 ਅਕਤੂਬਰ ਨੂੰ ਹੀ ਮੀਟਿੰਗ ਕੀਤੀ ਆਪਣੇ ਪਾਵਰ ਮਿਨਿਸਟਰ ਨੇ ਔਰ ਉਹਨਾਂ ਨੇ ਇੱਕ ਜਿਹੜੀ ਕੋਲ ਮੈਨੇਜਮੈਂਟ ਟੀਮ ਬਣਾਈ ਹੈਗੀ ਹੈ ਜਿਹਦੇ ਵਿੱਚ ਸਾਰੀਆਂ ਰੇਲਵੇਜ਼ ਹਰ ਚੀਜ਼ ਪਾ ਕੇ ਔਰ ਉਹਨਾਂ ਨੂੰ ਹੋ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਇੰਪੋਰਟਡ ਕੋਲ ਹਾਈ ਕੁਆਲਿਟੀ ਕੋਲ ਬੇਸਡ ਹੈਗਾ ਉਹਦਾ ਉਹ ਪਲਾਂਟਸ ਹੈਗੇ ਨੇ ਉਹ ਚਾਹੇ ਕੁਝ ਵੀ ਹੋਵੇ ਉਹ ਪੂਰੀ ਕਪੈਸਿਟੀ ਤੇ ਚਲਾਏ ਜਾਣ। ਸੋ ਕ੍ਰਾਈਸਿਸ ਜ਼ਰੂਰ ਹੈਗਾ ਔਰ ਸਾਨੂੰ ਇਲੈਕਟ੍ਰਿਸਿਟੀ ਜਿੱਥੇ ਸੇਵ ਕਰ ਸਕਦੇ ਆ ਸੇਵ ਵੀ ਕਰਨੀ ਚਾਹੀਦੀ ਹੈ। ਸਾਨੂੰ ਨੈਸ਼ਨਲ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਸਾਥ ਦੇਣਾ ਚਾਹੀਦਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਹੁਣ ਉੱਥੋਂ ਮੂਵਮੈਂਟ ਹੈਗੀ ਹੈ ਉਹ 1.5 ਮਿਲੀਅਨ ਟਨ ਦੀ ਹੈ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ 1.6 ਮਿਲੀਅਨ ਟਨ ਔਰ 1.7 ਮਿਲੀਅਨ ਟਨ ਕੇ ਜਿਹੜੇ ਰਿਜ਼ਰਵ ਹੈਗੇ ਨੇ ਉਹ ਠੀਕ ਹੋਣਗੇ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਹ ਜਿਹੜਾ ਕ੍ਰਾਈਸਿਸ ਹੈਗਾ ਇਹ ਸਾਰੀ ਨੇਸ਼ਨ ਵਾਈਡ ਨਹੀਂ ਹੈਗਾ। ਜਿਹੜੀਆਂ ਸਟੇਟਾਂ ਨੇ ਆਪਦਾ ਭੰਡਾਰ ਪੂਰਾ ਰੱਖਿਆ ਹੋਇਆ 30 ਦਿਨ ਦਾ ਜਿਹੜਾ ਕਿ ਮੈਂਡੇਟਰੀ ਹੈ ਔਰ ਉਹਦੇ ਵਾਸਤੇ ਪੈਸਾ ਚਾਹੀਦਾ, ਉਹ ਜਿਹੜਾ ਹੈ ਉਹ ਸਟੇਟਾਂ ਨੂੰ ਪ੍ਰੋਬਲਮ ਆ ਰਹੀ ਕਿਉਂਕਿ ਉਹਨਾਂ ਕੋਲੇ ਸਟਾਕ ਘੱਟ ਹੈ। ਤਾਂ ਚੰਨੀ ਸਾਹਿਬ, ਮੰਨਿਆ ਜਾਵੇ ਕਿ ਥੋੜੀ ਬਹੁਤੀ ਜਿਹੜੀ ਨਿਗਲੀਜੈਂਸੀ ਹੈਗੀ ਹੈ ਇੱਥੇ ਜਿਹੜੀ ਆਪਣੀ ਸਟੇਟ ਸਰਕਾਰ ਦੀ ਪੂਰੀ ਹੈ, ਥੋੜੀ ਬਹੁਤ ਪੂਰੀ ਹੈ। ਨਹੀਂ ਤਾਂ ਇਹ ਜਿਹੜਾ ਕ੍ਰਾਈਸਿਸ ਜਦ ਤੱਕ ਰਿਜ਼ੋਲਵ ਹੋਣਾ ਸਾਰੀਆਂ ਸਟੇਟਾਂ 'ਚ ਇਹ ਕ੍ਰਾਈਸਿਸ ਨਹੀਂ ਹੈ ਜਿਸ ਤਰ੍ਹਾਂ ਜਿੱਦਾਂ ਭਾਰਤੀ ਜੀ ਨੇ ਦੱਸਿਆ ਹੈਗਾ। ਔਰ ਇਹ ਕ੍ਰਾਈਸਿਸ 4-5 ਸਟੇਟਾਂ ਦੇ ਵਿੱਚ ਜ਼ਿਆਦਾ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਹੋ ਜਾਏਗਾ। ਔਰ ਇਹ ਵੀ ਚੀਜ਼ ਹੈਗੀ ਹੈ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਕ੍ਰਾਈਸਿਸ ਹੈਗਾ ਉਹਨਾਂ ਸਟੇਟਾਂ ਦੀ ਜਿਹੜੀ ਪੇਮੈਂਟ ਹੈਗੀ ਹੈ ਉਹਦੀ ਕੋਲ ਕੰਪਨੀ ਉਹਦਾ ਵੀ ਬਹੁਤ ਬੁਰਾ ਹਾਲ ਹੈ, ਉਹ ਪੇਮੈਂਟ ਹੀ ਨਹੀਂ ਕਰ। ਠੀਕ ਹੈ, ਤਾਂ ਇੱਕ ਵੀ ਹੈ ਪੇਮੈਂਟ ਆਏਗਾ ਨਾ। ਗੋਸ਼ਾ ਜੀ ਵੀ ਨਾਲ ਨੇ, ਗੁਰਦੀਪ ਸਿੰਘ ਗੋਸ਼ਾ ਨੇ ਸਾਡੇ ਨਾਲ। ਗੋਸ਼ਾ ਸਾਹਿਬ, ਜਿਵੇਂ ਚੰਨੀ ਜੀ ਹੋਰਾਂ ਵੱਲੋਂ ਕੀ ਗੱਲ ਕਹੀ ਕਿ ਮੈਨੂੰ ਲੱਗਦਾ ਕਿ ਮੈਨੇਜਮੈਂਟ ਪੱਧਰ ਤੇ ਬਹੁਤ ਬਿਹਤਰ ਚੀਜ਼ ਸਮਝਦੇ ਨੇ ਔਰ ਉਹਨਾਂ ਨੇ ਜਿਵੇਂ ਦੱਸਿਆ ਕਿ 30 ਦਿਨ ਦਾ ਹੁੰਦਾ ਵਾ ਕਿ ਸਟਾਕ ਰੱਖਣਾ ਹੁੰਦਾ ਔਰ ਇਹ ਵੀ ਇੱਕ ਤਰ੍ਹਾਂ ਦੇ ਨਾਲ ਊਣ ਤਾਂ ਇਹ ਕਹਿ ਲਈਏ ਸੂਬਾ ਸਰਕਾਰ ਦੀ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਦੇ ਨਾਲ ਰੂਬਰੂ ਹੋਣਾ ਪੈ ਰਿਹਾ ਸੂਬਾ ਵਾਸੀਆਂ ਨੂੰ। ਜੀ ਗਗਨ ਜੀ, ਇੱਦਾਂ ਵੀ ਬੜਾ ਸੌਖਾ ਕੰਮ ਹੋ ਗਿਆ ਵੀ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਘੇਰੇ, ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਸਿੱਟੇ। ਆਪਣੀ ਜ਼ਿੰਮੇਵਾਰੀਆਂ ਤੋਂ ਆਪਾਂ ਭੱਜਦੇ ਰਹੀਏ, ਆਪਣੇ ਜ਼ਿੰਮੇਵਾਰ ਤੋਂ ਭੱਜਣਾ ਨਹੀਂ ਚਾਹੀਦਾ। ਮੈਂ ਚੰਨੀ ਸਾਹਿਬ ਨੂੰ ਵੀ ਸੁਣਿਆ, ਮੈਂ ਭਾਰਤੀ ਸਾਹਿਬ ਨੂੰ ਵੀ ਸੁਣਿਆ, ਜਿੰਦਲ ਸਾਹਿਬ ਨੇ ਵੀ ਸਾਰੀਆਂ ਗੱਲਾਂ ਦੱਸੀਆਂ ਕਿਉਂਕਿ ਫੈਸਟੀਵਲ ਸੀਜ਼ਨ ਹੈ। ਬਿਲਕੁਲ ਇਹਨਾਂ ਦਾ ਕਾਂਗਰਸ ਦਾ ਤਾਂ ਭਾਂਡਾ ਤਾਂ ਨਵਜੋਤ ਸਿੰਘ ਸਿੱਧੂ ਆਪ ਹੀ ਫੋੜੀ ਜਾ ਰਿਹਾ।
ਉਹ ਆਪ ਕਹਿ ਰਹੇ ਵੀ ਸਾਡੀ ਮਤਲਬ ਗਲਤੀ ਹੈ, ਸਾਡਾ ਜਿਹੜਾ ਜ਼ਰੂਰੀ ਸੀ ਮੈਂਡੇਟਰੀ 30 ਦਿਨ ਦਾ, ਬਿਲਕੁਲ ਕੋਲਾ 30 ਦਿਨ ਦਾ ਰੱਖਣਾ ਪੈਂਦਾ। ਤੁਹਾਨੂੰ ਯਾਦ ਮੈਂ ਕਰਾ ਦਿੰਦਾ, ਦੇਖੋ ਜੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਨੇ ਠੀਕ ਕਿਹਾ, ਪਰ ਨਵਜੋਤ ਸਿੰਘ ਸਿੱਧੂ ਕਿਉਂ ਟਾਰਗੇਟ ਕਰ ਰਿਹਾ? ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਚਾਹੀਦੀ ਹੈ। ਇੱਕ ਦੂਜੇ ਨੂੰ ਟਾਰਗੇਟ ਤਾਂ ਕਰ ਰਿਹਾ ਕਿਉਂਕਿ ਚੰਨੀ ਸਾਹਿਬ ਦਾ ਜਿਹੜਾ ਰਿਮੋਟ ਹੈ ਦਿੱਲੀ ਦੇ ਵਿੱਚ ਬੈਠਾ ਹੈ, ਰਿਮੋਟ ਉੱਥੋਂ ਚੱਲਦਾ, 6 ਵਾਰ ਤਾਂ ਦਿੱਲੀ ਮਿਲਣ ਚਲੇ ਗਏ। ਪਰ ਇਹਨਾਂ ਨੂੰ ਜ਼ਰੂਰੀ ਚਾਹੀਦਾ ਸੀ ਵੀ ਇਹਨਾਂ ਨੂੰ ਪਤਾ ਫੈਸਟੀਵਲ ਸੀਜ਼ਨ ਹੈ, ਲੋਕਾਂ ਨੂੰ ਬੜੀ ਜ਼ਰੂਰਤ ਹੈ, ਬਿਜਲੀ ਦੀ ਖਪਤ ਇਹਨਾਂ ਦਿਨਾਂ 'ਚ ਵੱਧਦੀ ਹੈ। ਸਾਡਾ ਰਾ ਮਟੀਰੀਅਲ ਕੀ ਹੈ? ਡੀਜ਼ਲ, ਪੈਟਰੋਲ ਤੇ ਬਿਜਲੀ। ਉਦਯੋਗ ਦਾ ਜਿਹੜਾ ਜਿੰਦਲ ਸਾਹਿਬ ਨੂੰ ਮੇਰੇ ਤੋਂ ਜ਼ਿਆਦਾ ਵਧੀਆ ਪਤਾ। ਦੇਖੋ ਤੁਹਾਨੂੰ ਯਾਦ ਕਰਾ ਦੇਣਾ, 2002 ਤੋਂ 2007 ਦੇ ਵਿੱਚ 6000 ਮੈਗਾਵਾਟ ਸੀ ਸਾਡੇ ਕੋਲ ਬਿਜਲੀ ਤੇ ਖਪਤ ਸੀਗੀ 9000। ਤੇ ਉਸੇ ਚੀਜ਼ ਨੂੰ ਦੇਖਦੇ ਹੋਏ 2008-2009 ਦੇ ਵਿੱਚ ਜਿਹੜਾ ਪ੍ਰਪੋਜ਼ਲ ਸਾਰਾ ਬਣਿਆ ਸੀ, ਅਸੀਂ ਜਿਹੜੀ ਥਰਮਲ ਪਲਾਂਟ ਵਧਾਏ ਸੀਗੇ, ਉਹਦਾ ਕਾਰਨ ਹੀ ਇਹ ਸੀ ਜੇ ਬਿਜਲੀ ਸਾਡੇ ਕੋਲ ਹੋਊਗੀ। ਤੁਹਾਨੂੰ ਯਾਦ, ਇੱਕ ਗੱਲ ਹੋਰ ਕਰਾ ਦੇਣਾ, 2007 ਤੋਂ ਪਹਿਲਾਂ ਨਾ 5 ਵਜੇ ਫੈਕਟਰੀਆਂ ਬੰਦ ਹੋ ਜਾਂਦੀਆਂ ਸੀ। ਇਹਦੇ ਲਈ ਜਿੰਦਲ ਸਾਹਿਬ ਨੂੰ ਵੀ ਪਤਾ ਕਿਉਂਕਿ ਉਦਯੋਗਪਤੀ ਹੈ। 5 ਵਜੇ ਫੈਕਟਰੀਆਂ ਬੰਦ ਹੋ ਜਾਂਦੀਆਂ, 5 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਸੀਗੀਆਂ ਕਿਉਂਕਿ ਸਾਡਾ ਬਹੁਤ ਵੱਡੀ ਪ੍ਰੋਬਲਮ ਕ੍ਰਾਈਸਿਸ 'ਚ ਆ ਗਿਆ ਸੀ। ਆਹ ਜਿਹੜੀ ਕਾਂਗਰਸ ਸਰਕਾਰ ਦੀ ਨੈਗਲੀਜੈਂਸੀ ਹੈ ਨਾ, ਇਹਨਾਂ ਦੀ ਮਿਸਮੈਨੇਜਮੈਂਟ ਹੈ। ਕਿਉਂਕਿ ਜੇ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਡੇ ਤੋਂ ਕੋਲਾ ਨਹੀਂ ਪਹੁੰਚ ਪਾ ਰਿਹਾ ਤੇ ਉੱਥੇ ਚੱਲਦੇ, ਪਰ ਇਹਨਾਂ ਨੂੰ ਆਪਣੀਆਂ ਕੁਰਸੀਆਂ ਤੱਕ ਲੜਾਈ ਜਿਹੜੀ ਚੱਲ ਰਹੀ ਹੈ ਨਾ, ਬੜੀ ਮਾੜੀ ਗੱਲ ਹੈ। 14500 ਮੈਗਾਵਾਟ ਜਿਹੜੀ ਬਿਜਲੀ ਲੈ ਕੇ ਗਏ ਨਾ, 6000 ਤੋਂ 14000, ਇਹ ਅਕਾਲੀ ਸਰਕਾਰ ਵੇਲੇ ਲੈ ਕੇ ਗਏ ਸੀ, ਇਸੇ ਕਰਕੇ ਕਿਉਂਕਿ ਸਾਨੂੰ ਜ਼ਰੂਰਤ ਸੀ। ਪਰ ਮੈਂ ਸਮਝਦਾ ਕਿ ਬਹੁਤ ਵੱਡੀ ਨਲਾਇਕੀ ਹੋਈ ਹੈ ਕਿਉਂਕਿ ਚੰਨੀ ਸਾਹਿਬ ਵਿਆਹਾਂ 'ਚ ਬਿਜ਼ੀ ਆ। ਠੀਕ ਹੈ, ਬੱਚਿਆਂ ਦਾ ਵਿਆਹ ਕਰਨਾ ਚਾਹੀਦਾ, ਪਰ ਮਹਿਕਮਾ ਵੀ ਉਹਨਾਂ ਦੇ ਕੋਲ ਹੈ ਤੇ ਵਿਹਲੇ ਹੋ ਗਏ, ਹੁਣ ਹੱਲ ਹੋ ਜਾਣਗੇ ਮੈਨੂੰ ਲੱਗਦਾ ਸਮੱਸਿਆਵਾਂ ਤੇ। ਨਹੀਂ, ਹੱਲ ਨਹੀਂ ਹੋਣਗੇ ਕਿਉਂਕਿ ਇਹਨਾਂ ਦੀ ਨਾ, ਦੇਖੋ ਮੈਂ ਫਿਰ ਕਹਿ ਰਿਹਾ ਕਿ ਇਹਨਾਂ ਦਾ ਧਿਆਨ ਨਹੀਂ ਹੈ, ਲੋਕਾਂ ਵੱਲ ਧਿਆਨ ਨਹੀਂ ਹੈ। ਸਿਰਫ ਵੱਡੇ ਵੱਡੇ ਬੋਰਡ ਲਗਾ ਕੇ, ਹੋਲਡਿੰਗ ਲਗਾ ਕੇ ਆਪਣੀਆਂ ਗੁਣਗਾਨ ਕੀਤੇ ਜਾ ਰਿਹਾ, ਪਰ ਵਰਕ ਨਹੀਂ ਕੀਤਾ ਜਾ ਰਿਹਾ। ਉਦਯੋਗਪਤੀ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਹੁਣ ਉਦਯੋਗਪਤੀ ਬਹੁਤ ਪਰੇਸ਼ਾਨ ਹੈ। ਸਾਰੇ ਪਾਸੇ ਅਸੀਂ ਘਿਰ ਰਹੇ ਹਾਂ ਤੇ ਇਸ ਕਰਕੇ ਬਿਜ਼ਨਸ ਨੂੰ ਬਚਾਉਣਾ ਚਾਹੀਦਾ ਤੇ ਕਾਂਗਰਸ ਸਰਕਾਰ ਤੋਂ ਮੈਨੂੰ ਲੱਗਦਾ ਮੋਹ ਭੰਗ ਹੋ ਚੁੱਕਾ। ਜਿੰਦਲ ਜੀ, ਜਿਵੇਂ ਚੰਨੀ ਜੀ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ 30 ਦਿਨ ਦਾ ਇੱਕ ਸਟਾਕ ਹੁੰਦਾ ਹੈ ਜਾਂ ਜਿਹੜੇ ਵੀ ਇੱਕ ਬੇਸਿਕ ਜਿਹੜਾ ਬਣਾਇਆ ਹੁੰਦਾ, ਜੋ ਵੀ ਇਨਫਰਾਸਟ੍ਰਕਚਰ ਚਾਹੀਦਾ, ਤਾਂ ਇਹਦੇ ਵਿੱਚ ਆਪਣਾ ਕਾਂਗਰਸ ਸਰਕਾਰ ਦਾ ਬਹੁਤ ਵੱਡਾ, ਮੈਂ ਕਹਿੰਦਾ ਕਿ ਇਹਨੂੰ ਊਣਤਾ ਹੀ ਮੰਨਿਆ ਜਾਊਗਾ ਜੇ ਪ੍ਰਬੰਧ ਨਹੀਂ ਦਰੁਸਤ ਕੀਤੇ, ਕਿਉਂਕਿ 1 ਸਾਲ ਦੇ ਦਰਮਿਆਨ ਇਹ ਦੂਜੀ ਵਾਰੀ ਇਦਾਂ ਦੀ ਸਥਿਤੀ ਬਣੀ ਆ। ਗਗਨ ਜੀ ਦੇਖੋ, ਜਿਹੜਾ ਪਾਵਰ ਇੱਕ ਸਟੇਟ ਸਬਜੈਕਟ ਹੈ। ਇਹ ਜਿਹੜੇ ਬਿਜਲੀ ਬੋਰਡ ਨੇ ਜਾਂ ਜੋ ਵੀ ਇਹ ਕੰਮ ਆਉਂਦੇ ਨੇ, ਇਹ ਸਟੇਟ ਗਵਰਨਮੈਂਟ ਦੇ ਅੰਡਰ ਆਉਂਦੇ ਆ। ਇਸ ਕਰਕੇ ਸੈਂਟਰ ਨੂੰ ਅਸੀਂ ਐਲੀਗੇਸ਼ਨ ਦਈਏ, ਉਹ ਇੱਕ ਬਹੁਤ ਹੀ ਇੱਕ ਜਿਹੜਾ ਕਿ ਆਊਟ ਆਫ ਦਾ ਬ੍ਰੈਕਟਸ ਜਾ ਕੇ ਸਾਨੂੰ ਕੋਈ ਗੱਲ ਕਰਨੀ ਪਏਗੀ। ਅਸੀਂ ਜਦੋਂ ਕਨੈਕਸ਼ਨ ਲੈਂਦੇ, ਸਾਡੇ ਕੋਲ 3-3, 4-4 ਹਜ਼ਾਰ ਰੁਪਏ ਕਿਲੋਵਾਟ ਦੀ ਸਿਕਿਉਰਿਟੀ ਲਿੱਤੀ ਜਾਂਦੀ ਹੈ। 2-2 ਮਹੀਨੇ ਦੇ ਬਿੱਲ ਐਡਵਾਂਸ ਲਿੱਤੇ ਜਾਂਦੇ ਨੇ, ਜਿਹਨੂੰ ACD ਕੰਜ਼ੰਪਸ਼ਨ ਕਹੀ ਜਾਂਦੀ ਹੈ। ਇਸ ਕਰਕੇ ਲੈਣ ਤੋਂ ਬਾਅਦ ਘੱਟੋ ਘੱਟ ਇਹਨਾਂ ਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ ਕਿ ਇਹ 2 ਮਹੀਨੇ ਦਾ ਵਿਜ਼ਨ ਰੱਖ ਕੇ ਚੱਲਣ। ਤੁਸੀਂ 2 ਮਹੀਨੇ ਦੇ ਬਿੱਲ ਐਡਵਾਂਸ ਲਿੱਤੇ ਨੇ ਤੇ 2 ਮਹੀਨੇ ਦਾ ਵਿਜ਼ਨ ਵੀ ਰੱਖ ਕੇ ਚੱਲੋ ਕਿ ਤੁਸੀਂ 2 ਮਹੀਨੇ ਦਾ ਕੋਲ ਜਾਂ ਬਾਕੀ ਬਫਰ ਸਟਾਕ ਤੁਸੀਂ ਆਪਣੇ ਕੋਲ ਰੱਖਣਾ। ਅਲਟੀਮੇਟਲੀ ਕਿਤੇ ਨਾ ਕਿਤੇ ਇਟਸ ਦ ਬਿਗੇਸਟ ਫੇਲੂਅਰ। ਔਰ ਮੈਂ ਸਹੀ ਮੰਨਦਾ ਕਿਉਂਕਿ ਇਹ ਗਵਰਨਮੈਂਟ ਪਿਛਲੇ 1 ਸਾਲ ਤੋਂ ਕੁਝ ਇਸ ਤਰ੍ਹਾਂ ਦੇ ਉਲਝਣ 'ਚ ਪਈ ਹੋਈ ਹੈ ਕਿ ਕਦੇ ਥਰਮਲਸ ਬੰਦ ਕਰ ਦੇਣੇ ਨੇ, ਕਦੇ ਐਗਰੀਮੈਂਟਸ ਕੈਂਸਲ ਕਰ ਦੇਣੇ ਨੇ। ਔਰ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਫਰਕ ਪੈਂਦਾ, ਜਿਹੜੇ ਜੋ ਚੀਜ਼ਾਂ ਹਾਲਾਤ ਬਣੇ ਨੇ। ਬਿਲਕੁਲ ਪਏਗਾ। ਤੁਸੀਂ ਦੇਖੋ ਇੱਕ ਪਾਵਰ ਮਿਨਿਸਟਰ ਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਇੱਕ ਡਿਮਾਂਡ ਐਕਸੈਸ ਕਰੇ। ਚਲੋ ਕੁਝ ਡਿਮਾਂਡ ਜਿਹੜੀ ਹੈ, ਮੈਂ ਸਮਝਦਾ ਕਿ ਪੈਡੀ ਸੀਜ਼ਨ ਸਾਡਾ ਨਿਕਲ ਗਿਆ 1.5 ਮਹੀਨਾ ਪਹਿਲਾਂ, ਉਹ ਥੋੜਾ ਜਿਹਾ ਕੂਲ ਡਾਊਨ ਹੋ ਗਿਆ। ਕੁਝ ਏਸੀਜ਼ ਅੱਜ ਕੱਲ ਵੈਦਰ ਥੋੜਾ ਜਿਹਾ ਕੂਲ ਡਾਊਨ ਹੋਇਆ ਹੋਇਆ ਤੇ ਜਿਹੜੀ 14,500 ਮੈਗਾਵਾਟ ਦੀ ਡਿਮਾਂਡ ਸੀ, ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ 9,000 10,000 ਦੇ ਆਸ-ਪਾਸ ਆ ਜਾਣੀ ਚਾਹੀਦੀ ਹੈ ਜਾਂ ਆ ਚੁੱਕੀ ਹੋਏਗੀ। ਲੇਕਿਨ ਜੇ ਉਨੀ ਡਿਮਾਂਡ ਵਾਸਤੇ ਵੀ ਕੋਈ ਇੰਤਜ਼ਾਮ ਨਹੀਂ ਕਰ ਪਾਣਾ ਤੇ ਇਟਸ ਅ ਬਿਗੇਸਟ। ਔਰ ਦੂਸਰੀ ਗੱਲ ਹੈ ਕਿ ਬਿਲਕੁਲ ਚੰਨੀ ਸਾਹਿਬ ਦੀ ਗੱਲ ਨਾਲ ਮੈਂ ਇੱਥੇ ਸਹਿਮਤ ਹਾਂ ਕਿ ਜਿਹੜੇ ਥਰਮਲਸ ਨੇ ਉਹਨਾਂ ਦੇ ਲੌਂਗ ਟਰਮ ਐਗਰੀਮੈਂਟਸ ਹੁੰਦੇ ਨੇ। ਇਹ ਕੋਈ 1-2 ਦਿਨ ਜਾਂ 7-7 ਦਿਨ ਦਾ ਐਗਰੀਮੈਂਟ ਨਹੀਂ ਹੁੰਦਾ। ਲੌਂਗ ਟਰਮ 6-6 ਮਹੀਨੇ ਜਾਂ 1-1 ਸਾਲ ਜਾਂ 3-3 ਸਾਲ ਦੇ ਐਗਰੀਮੈਂਟਸ ਹੁੰਦੇ ਨੇ। ਔਰ ਇਹਦੀ ਆੜ ਦੇ ਵਿੱਚ ਇੱਕ ਚੀਜ਼ ਹੋਰ ਹੋਣੀ ਹੈ, ਤੁਸੀਂ ਦੇਖ ਲੈਣਾ ਕਿ ਇੱਕ ਜਿਹੜਾ ਹੈਗਾ ਆ ਫਿਊਲ ਕੰਜ਼ੰਪਸ਼ਨ ਚਾਰजेस ਪਾ ਦਿੱਤੇ ਜਾਂਦੇ ਨੇ, ਫਿਊਲ ਕਾਸਟ ਐਡਜਸਟਮੈਂਟ। ਆ ਤੁਸੀਂ ਦੇਖਣਾ ਕਿ ਮਹੀਨੇ 2 ਮਹੀਨੇ ਬਾਅਦ ਇਹ ਕੋਲੇ ਦੇ ਜਿੰਨੇ ਰੇਟ ਵਧੇ ਨੇ, ਇਹ ਕਿਤੇ ਨਾ ਕਿਤੇ ਸਾਡੇ ਬਿੱਲਾਂ ਦੇ ਵਿੱਚ ਲਗਾ ਕੇ ਸਰਕਾਰ ਨੇ ਭੇਜ ਦੇਣੇ ਆ। ਕਿਉਂਕਿ ਉਹਦੇ 'ਚ ਇਹਨਾਂ ਨੇ ਇੱਕ ਪ੍ਰੋਵੀਜ਼ਨ ਰੱਖੀ ਹੋਈ ਹੈ ਕਿ ਜਿੰਨਾ ਵੀ ਕੋਲੇ ਦਾ ਕੋਈ ਰੇਟ ਵਧੇਗਾ ਜਾਂ ਉਹ ਮਹਿੰਗਾ ਕੋਲਾ ਜਾਂ ਡੀਜ਼ਲ ਖਰੀਦਣਗੇ, ਉਹ ਸਾਡੇ ਕੋਲ ਬਿਜਲੀ ਬਿੱਲਾਂ ਤੋਂ ਲੱਗ ਜਾਣਗੇ। ਇਸ ਕਰਕੇ ਇੱਕ ਤਾਂ ਸਾਡੀਆਂ ਫੈਕਟਰੀਆਂ ਬੰਦ ਹੋ ਗਈਆਂ। ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਕਹਿ ਰਹੇ, ਕਹਿੰਦੇ 3 ਰੁਪਏ 4 ਰੁਪਏ ਬਿਜਲੀ ਦੇ ਦੇਣੀ ਹੈ, ਉਧਰੋਂ 300 ਦੇ 400 ਯੂਨਿਟ ਕੀਤੇ ਜਾ ਰਹੇ ਆ। ਪਰ ਵੱਡੀ ਗੱਲ ਇਹੀ ਹੈ ਕਿ ਦੇਖੋ ਹਾਲਾਤ ਇਹ ਗੱਲ ਹੋ ਚੁੱਕੇ ਨੇ, ਪੰਜਾਬ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਇੱਕ ਭਿਖਾਰੀ ਬਣਾ ਕੇ ਰੱਖ ਦਿੱਤਾ ਗਿਆ ਇਸ ਸਟੇਟ ਨੂੰ। ਐਡਾ ਵੱਡਾ ਕਰਜ਼ਾ ਹੈ। ਮੈਂ ਪਿੱਛੇ ਵੀ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਹਰਿਆਣਾ ਦਾ ਰੈਵਨਿਊ 60,000 ਕਰੋੜ ਦਾ GST ਦਾ, ਸਾਡਾ ਰੈਵਨਿਊ 16,000 ਕਰੋੜ ਦਾ, ਜਿਹੜਾ ਕਿ 2011 'ਚ
ਸਾਡਾ 13,000 ਕਰੋੜ ਦਾ ਸੀ ਤੇ ਹਰਿਆਣੇ ਦਾ 12,000 ਕਰੋੜ ਦਾ ਸੀ। ਸਾਡੇ ਨਾਲੋਂ 1,000 ਕਰੋੜ ਪਿੱਛੇ ਸੀ। ਅੱਜ ਉਹ 60,000 ਤੇ ਨੇ ਤੇ ਅਸੀਂ 16,000 ਕਰੋੜ ਤੇ ਬੈਠੇ ਹਾਂ। ਇਹ ਕਿੱਧਰ ਨੂੰ ਲੈ ਕੇ ਜਾਏ ਜਾ ਰਹੇ? ਫ੍ਰੀ ਬੀਜ਼ ਦੀ ਰਾਜਨੀਤੀ, ਇਹ ਆਪਣੇ ਵੋਟ ਬੈਂਕ ਦੀ ਰਾਜਨੀਤੀ। ਚਲੋ। ਅਲਟੀਮੇਟਲੀ ਇਹ ਸਟੇਟ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਇਕਨੋਮੀ ਨੂੰ ਦੇਖੋ। ਅੱਜ ਜਿਹੜੀ ਦਿੱਕਤ ਆਈ ਉਹ ਇਸ ਕਰਕੇ ਆਈ ਹੈ ਕਿ ਇਹਨਾਂ ਕੋਲ ਪੈਸਾ ਨਹੀਂ ਸੀ ਕੋਲਾ ਸਰਪਲਸ ਰੱਖਣ ਵਾਸਤੇ। ਨਤੀਜਾ ਇਹ ਹੋਇਆ ਕਿ 2-2 ਦਿਨ ਦੇ ਸਟਾਕਸ ਰਹਿ ਗਏ ਤੇ ਬਫਰ ਸਟਾਕ ਸਾਡੇ ਕੋਲ ਨਹੀਂ ਸੀ। ਇਸ ਕਰਕੇ ਜਿਹੜਾ ਹੈ ਉਹ ਅਸੀਂ ਉਹ ਪਾਸ ਔਨ ਕਰ ਦਿੱਤਾ ਕਿ ਭੁਗਤਣਗੇ ਤਾਂ ਲੋਕ ਭੁਗਤਣਗੇ। ਸਾਡੀ ਸਿਹਤ ਤੇ ਕੀ ਅਸਰ ਹੈ? ਇਹ ਜੀ ਜਿਹੜੀ ਰਾਜਨੀਤੀ ਹੈ ਇਹ ਲੰਬੇ ਟਾਈਮ ਦੇ ਵਿੱਚ ਸਟੇਟ ਦੀ ਇਕਨੋਮੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਦੀ ਹੈ। ਠੀਕ ਹੈ ਗੋਸ਼ਾ ਜੀ, ਥੋੜਾ ਜਿਹਾ ਤੁਹਾਡੇ ਤੋਂ ਵੀ ਸਮਝਣਾ ਚਾਹਾਂਗੇ। ਪਾਰਟੀਆਂ ਦੇ ਵੱਲੋਂ ਇਹ ਚੀਜ਼ਾਂ ਤਾਂ ਕਹਿ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਫ੍ਰੀ ਦੇ ਦਾਂਗੇ, 300 ਤੇ 400 ਕਰ ਦਾਂਗੇ। ਆ ਹੁਣੇ ਹੀ ਬੜੇ ਤਰ੍ਹਾਂ ਦੇ ਐਲਾਨ ਕੀਤੇ ਗਏ ਨੇ ਮੌਜੂਦਾ ਸਰਕਾਰ ਦੇ ਵੱਲੋਂ ਵੀ। ਔਰ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ 3 ਰੁਪਏ ਦਿਓ, 4 ਰੁਪਏ ਦਿਓ ਬਿਜਲੀ। ਪਰ ਮੁੱਦਾ ਤਾਂ ਹੈ ਜਿਹੜੀ ਬਿਜਲੀ ਆ ਲੋਕੀ ਮਹਿੰਗੀ ਤਾਂ ਖਰੀਦ ਹੀ ਰਹੇ ਆ, ਲੋਕਾਂ ਨੂੰ ਬਿਜਲੀ ਦੀ ਸਪਲਾਈ ਤਾਂ ਦੇ ਦਿਓ। ਦੇਖੋ ਨਵਜੋਤ ਸਿੰਘ ਸਿੱਧੂ ਦੀ ਗੱਲ ਆ, 3 ਰੁਪਏ ਬਿਜਲੀ ਦੀ ਗੱਲ ਕਰਦੇ, ਉਹ ਤਾਂ ਹੁਣ ਦੇ ਦੇਣ। ਸਰਕਾਰ ਉਹਨਾਂ ਦੀ ਹੈ ਨਾ। ਅੱਗੇ ਤਾਂ ਕੈਪਟਨ ਸਾਹਿਬ ਨੂੰ ਰੋਲਾ ਪਾਉਂਦੇ ਸੀ, ਕੈਪਟਨ ਸਾਹਿਬ ਸੁਣਦੇ ਨਹੀਂ। ਹੁਣ ਤਾਂ ਕੈਪਟਨ ਸਾਹਿਬ ਦੀ ਸਰਕਾਰ ਨੇ, ਹੁਣ ਚੰਨੀ ਸਾਹਿਬ ਦੀ ਸਰਕਾਰ ਆ, ਹੁਣ ਪਿੱਛੇ ਗਾਲਾਂ ਕੱਢਦੇ ਵੀ ਦੇਖੇ ਗਏ। ਅਸਲ 'ਚ ਉਹਨਾਂ ਨੂੰ ਕੁਰਸੀਆਂ ਦੀ ਭੁੱਖ ਹੈ, ਉਹਨਾਂ ਨੂੰ ਦੇਣਾ ਉਹਨਾਂ ਨੇ ਕੁਝ ਨਹੀਂ। ਬਾਕੀ ਰਹਿ ਗਈ, ਬਿਲਕੁਲ ਠੀਕ ਹੈ, ਫ੍ਰੀ ਨਹੀਂ ਹੋਣਾ ਚਾਹੀਦਾ ਕੋਈ ਕੰਮ, ਪਰ ਮਜਬੂਰੀ ਕੀ ਹੈ? ਦੇਖੋ ਕ੍ਰਾਈਸਿਸ ਕੀ ਹੈ? ਜਿਹੜਾ ਲੋਕਡਾਊਨ ਦਾ ਪੀਰੀਅਡ ਸੀ ਉਹ 'ਚ ਵਪਾਰੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਹਰ ਬੰਦੇ ਦਾ ਨੁਕਸਾਨ ਹੋਇਆ। ਇਸ ਕਰਕੇ ਅਸੀਂ ਇਹ ਚੀਜ਼ ਨੂੰ ਦੇਖਦੇ ਹੋਏ ਮੱਦੇਨਜ਼ਰ ਤਾਂ ਕਰਕੇ ਕੋਈ ਵਕਤ ਆਊਗਾ ਅਸੀਂ ਇਹ ਚੀਜ਼ ਨੂੰ ਕਵਰਿੰਗ ਕਰਾਂਗੇ। ਬਟ ਅੱਜ ਬਿਜਲੀ ਸਸਤੀ ਚਾਹੀਦੀ ਹੈ। ਬਿਜਲੀ ਸਸਤੀ ਤਾਂ ਹੀ ਹੋ ਸਕਦੀ ਹੈ ਜੇ ਉਹਨੂੰ ਅਸੀਂ ਪੂਰੀ ਕਰਾਂਗੇ। 2 ਪੁਆਇੰਟ ਹੈ, ਇੱਕ ਤਾਂ ਬਿਜਲੀ ਸਸਤੀ ਚਾਹੀਦੀ ਹੈ, ਦੂਜੀ 24 ਘੰਟੇ ਬਿਜਲੀ ਚਾਹੀਦੀ ਹੈ। ਭਾਰਤੀ ਜੀ, ਜੋ ਚੀਜ਼ਾਂ ਚੱਲ ਰਹੀਆਂ ਤੁਸੀਂ ਸੁਣੀਆਂ ਸਭ ਦੀਆਂ ਗੱਲਾਂ, ਜਿੰਦਲ ਜੀ ਨੂੰ ਵੀ ਸੁਣਿਆ, ਚੰਨੀ ਜੀ ਨੂੰ ਵੀ, ਗੋਸ਼ਾ ਜੀ ਨੂੰ ਵੀ। ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦਾ ਜਵਾਬ ਦਿਓ। ਜੋ ਚੀਜ਼ਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਐਲਾਨ ਤਾਂ ਦੇਖੋ ਹੋ ਰਹੇ ਨੇ, 2 ਕਿਲੋਵਾਟ ਵਾਲਿਆਂ ਦੇ ਜਿਹੜੇ ਡਿਫਾਲਟਰਾਂ ਦੇ ਬਿੱਲ ਮਾਫ ਹੋ ਜਾਣੇ ਨੇ, ਜਾਂ ਜੋ ਚੀਜ਼ਾਂ ਚੰਨੀ ਸਾਹਿਬ ਹੋਰਾਂ ਦੇ ਵੱਲੋਂ ਕਹੀਆਂ ਗਈਆਂ। ਪਰ ਬਿਜਲੀ ਸੰਕਟ ਜਿਸ ਤਰ੍ਹਾਂ ਹੈਗਾ, ਜਿਸ ਤਰ੍ਹਾਂ ਦੇ ਬਿਆਨ ਆਏ ਨੇ ਕਿ 2 ਦਿਨ ਦਾ ਕੋਲਾ ਰਹਿ ਗਿਆ, 3 ਦਿਨ ਦਾ ਰਹਿ ਗਿਆ, ਸਟਾਕ ਤਾਂ ਕਹਿੰਦੇ ਅਸੂਲਨ ਤੌਰ ਤੇ 30 ਦਿਨਾਂ ਤੱਕ ਦਾ ਚਾਹੀਦਾ ਹੁੰਦਾ। ਗਗਨ ਜੀ ਬੜੀ ਮਿਹਰਬਾਨੀ, ਤੁਸੀਂ ਮੇਰਾ ਖਿਆਲ ਆ ਗਿਆ ਤੁਹਾਨੂੰ। ਮੈਂ ਤਾਂ ਸੋਚਦਾ ਸੀ ਤੁਹਾਡੇ ਕੋਲ ਹੀ ਟਾਈਮ ਸਾਰਾ, 2 ਵਾਰ ਟਾਈਮ ਦੇ ਰਹੇ ਹੋ। ਹਾਂ, ਹੁਣ ਇਹ ਗੋਸ਼ਾ ਜੀ ਨੇ ਤਾਂ ਪੂਰੀ ਤਰ੍ਹਾਂ ਜਿਵੇਂ ਚੰਨੀ ਜੀ ਨੇ ਕਿਹਾ ਕਿ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ, ਔਰ ਗੋਸ਼ਾ ਜੀ ਨੇ ਤਾਂ ਪੂਰੀ ਰਾਜਨੀਤੀ ਕੀਤੀ ਹੈ। ਕਿ ਇਹਨਾਂ ਨੇ ਹੋਰ ਝੂਠ ਬੋਲਿਆ ਗੋਸ਼ਾ ਜੀ ਨੇ ਕਿ 2 ਰੁਪਏ 99 ਪੈਸੇ ਕਹਿੰਦੇ ਜੀ ਅਸੀਂ ਯੂਨਿਟ ਜਿਹੜਾ ਅਵੇਲ ਕਰਾ ਰਹੇ ਸੀਗੇ। ਇਹ ਬਿਲਕੁਲ ਝੂਠੀ ਗੱਲ ਹੈ। ਮੇਰੀ ਇੱਕ ਇੰਜੀਨੀਅਰ ਦੇ ਨਾਲ ਗੱਲ ਹੋਈ, ਉਹ ਕਹਿੰਦੇ 2 ਰੁਪਏ 99 ਪੈਸੇ ਕੋਈ ਫਿਗਰ ਹੀ ਹੈ ਨਹੀਂ। 3 ਰੁਪਏ 46 ਪੈਸੇ ਤੋਂ ਘੱਟ ਕੋਈ ਵੀ ਪ੍ਰੋਡਕਟ ਜਿਹੜਾ ਸਾਡੇ ਨਹੀਂ ਮਿਲਿਆ ਸਾਨੂੰ। ਉਹੀ ਗੱਲ ਤਾਂ ਸਾਰੇ ਕਹਿ ਰਹੇ ਆ ਕਿ ਫ੍ਰੀ ਵਾਲੀ ਜਿਹੜੀ ਗੱਲ ਆ ਸਾਰੀਆਂ ਪਾਰਟੀਆਂ ਦੇ ਲਈ ਆ। ਆਪਾਂ ਅਕਾਲੀ ਦਲ ਦਾ ਵੀ ਮੈਂ ਜ਼ਿਕਰ ਕਰ ਰਿਹਾ, ਤਮਾਮ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਜ਼ਿਕਰ ਕਰ ਗਏ ਨੇ। ਤਾਂ ਤੁਹਾਡੇ ਵੱਲੋਂ ਤਾਂ ਹੁਣੇ ਹੀ ਜਿਹੜਾ 2 ਕਿਲੋਵਾਟ ਤੋਂ ਘੱਟ ਵਾਲੇ ਡਿਫਾਲਟਰਾਂ ਦੇ ਮਾਫ ਕੀਤੇ ਗਏ, ਮੈਨੂੰ ਲੱਗਦਾ ਕਿ ਕਰੋੜਾਂ ਰੁਪਇਆ ਹੋਣਾ ਉਹ। ਦੇਖੋ ਗੱਲ ਇਹ ਹੈ, ਜਿਹੜੇ 2 ਕਿਲੋਵਾਟ ਵਾਲੇ ਆ ਨਾ, ਉਹਨਾਂ ਦੀ ਗਿਣਤੀ ਕਿੰਨੀ ਕੁ ਹੈ? ਬਹੁਤ ਥੋੜਾ ਜਿਹਾ ਉਹ ਬਣਦਾ ਜਿਹੜਾ ਕੰਜ਼ੰਪਸ਼ਨ ਬਿੱਲ ਹੈ। ਬਹੁਤ ਬਿੱਲ ਹੈ ਜੀ, ਕਈਆਂ ਦੇ ਲੱਖਾਂ ਦੇ ਵਿੱਚ ਬਿੱਲ ਖੜੇ ਨੇ, ਲੱਖਾਂ ਦੇ ਵਿੱਚ ਖੜੇ ਨੇ। ਜਿੰਦਲ ਸਾਹਿਬ ਕੁਝ ਜਿੰਦਲ ਸਾਹਿਬ ਤੋਂ ਦੱਸਣਗੇ। 1200 ਕਰੋੜ ਰੁਪਏ ਦੀ ਅਮਾਉਂਟ ਹੈ ਜੀ। ਸੁਣੋ 1200 ਕਰੋੜ ਰੁਪਏ ਦੀ ਅਮਾਉਂਟ ਆ ਕਹਿੰਦੇ। ਜਿਹੜੀ 1200 ਕਰੋੜ ਦੀ ਜਿੰਦਲ ਸਾਹਿਬ ਤੁਸੀਂ ਕਹਿ ਰਹੇ ਹੋ, ਤੁਸੀਂ ਇਨਕਲੂਡਿੰਗ ਇੰਡਸਟਰੀ ਕਹਿ ਰਹੇ ਹੋ। ਔਰ ਉਹਦੇ ਵਿੱਚ 2 ਕਿਲੋਵਾਟ ਦੀ ਜਿਹੜੀ ਜਿਸ ਦਿਨ ਗਵਰਨਮੈਂਟ ਨੇ ਭਾਰਤੀ ਜੀ ਰਿਲੀਫ ਆਰਡਰ ਦਿੱਤਾ ਸੀ ਇਹ 2 ਕਿਲੋਵਾਟ ਦਾ, ਉਸੇ ਦਿਨ ਹੀ ਗਵਰਨਮੈਂਟ ਦੀ ਇੱਕ ਸਟੇਟਮੈਂਟ ਆਈ ਸੀ ਕਿ ਇਹਦਾ ਟੋਟਲ ਬਰਡਨ ਜਿਹੜਾ ਗਵਰਨਮੈਂਟ ਤੇ ਉਹ 1200 ਕਰੋੜ ਦਾ ਪਏਗਾ। ਮੈਂ ਇੱਥੇ ਇੱਕ ਗੱਲ ਹੋਰ ਕਰ ਰਿਹਾ, 2009 ਦੇ ਵਿੱਚ ਜਦੋਂ PSPCL ਬਣੀ ਸੀ ਪੰਜਾਬ ਬਿਜਲੀ ਬੋਰਡ ਨੂੰ ਭੰਗ ਕਰਕੇ, ਇਹ ਜ਼ੀਰੋ ਡੈਬਟ ਹੁੰਦੀ ਸੀ। ਇੱਥੇ ਕੋਈ ਕਰਜ਼ਾ ਨਹੀਂ ਸੀ, ਕਿਉਂਕਿ ਨਵੀਂ ਕਾਰਪੋਰੇਸ਼ਨ ਬਣਾਉਣ ਵਾਸਤੇ ਇੱਕ ਬੋਡੀ ਏਦਾਂ ਦੀ ਬਣਾਉਣੀ ਪੈਣੀ ਸੀ ਜਿਹਦੇ ਤੇ ਕੋਈ ਕਰਜ਼ਾ ਨਾ ਹੋਵੇ। ਅੱਜ ਉਹ 40,000 ਕਰੋੜ ਦੇ ਕਰਜ਼ੇ ਥੱਲੇ ਆ ਚੁੱਕੀ ਹੈ। ਉਸ ਤੋਂ ਇਲਾਵਾ ਤੁਸੀਂ ਫ੍ਰੀ ਦੀ ਅਨਾਉਂਸਮੈਂਟ ਕਰੀ ਜਾਂਦੇ ਹੋ। ਉਹਨਾਂ ਨੂੰ ਸਬਸਿਡੀ ਨਹੀਂ, ਭਾਰਤੀ ਜੀ 8,000 ਕਰੋੜ ਰੁਪਈਆ 8,000 ਕਰੋੜ ਰੁਪਏ ਬਿਜਲੀ ਬੋਰਡ ਨੂੰ ਦੇਣ ਵਾਲਾ ਸਰਕਾਰ ਦਾ ਪਿਆ। ਸਬਸਿਡੀ ਦੀ ਅਨਾਉਂਸਮੈਂਟ ਹੋ ਗਈ ਹੈ। 8,000 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਸਰਕਾਰ ਦਾ ਦੇਣ ਵਾਲਾ ਪਿਆ ਸਬਸਿਡੀ ਦਾ। ਠੀਕ ਹੈ ਇਹ ਜਿਹੜੀ ਬਦਹਾਲੀ ਹੈ, ਕੋਲਾ ਨਾ ਖਰੀਦ ਪਾਣਾ ਜਾਂ ਬਾਕੀ ਦੀਆਂ ਚੀਜ਼ਾਂ, ਕਾਰਨ ਇਹ ਹੈ ਕਿ ਜੇ ਅਸੀਂ ਆਪਣੀ ਸਟੇਟ ਦੀ ਕਿਸੇ ਬੋਡੀ ਨੂੰ ਕਮਜ਼ੋਰ ਕਰੀ ਜਾਵਾਂਗੇ, ਉਹਨੂੰ ਇਸ ਪੋਜੀਸ਼ਨ ਤੇ ਲਿਆ ਦਾਂਗੇ ਕਿ ਉਹ ਕਰਜ਼ਾ ਲੈ ਕੇ, ਔਰ ਯਕੀਨ ਕਰੋਗੇ ਅੱਜ ਨਹੀਂ, ਮੈਂ ਇੱਕ ਗਗਨ ਜੀ ਇੱਥੇ ਦੱਸਣਾ ਚਾਹਾਂਗਾ, ਇੰਡਸਟਰੀ ਨੂੰ ਲੋਨ ਅੱਜ ਇੰਟਰਨੈਸ਼ਨਲ ਮਾਰਕੀਟ 'ਚੋਂ 4-4, 3-3% ਦੇ ਮਿਲ ਜਾਂਦੇ ਆ। ਜਿਹੜਾ ਬਿਜਲੀ ਬੋਰਡ ਨੂੰ ਕਰਜ਼ਾ ਮਿਲ ਰਿਹਾ ਉਹ 15-16% ਤੇ ਮਿਲਦਾ ਪਿਆ। ਤੁਸੀਂ ਇਹ ਦੇਖ ਕੇ ਕੀ ਬਦਹਾਲੀ PSPCL ਦੀ ਹੋਈ ਵੀ ਹੈ
ਕਿ ਜਿਹੜਾ PSPCL ਦਾ ਐਵਰੇਜ ਡੈਬਟ ਹੈ ਇਸ ਟਾਈਮ ਉਹਦਾ ਇੰਟਰਸਟ ਰੇਟ 12.5% ਹੈ। ਇਸ ਕਰਕੇ ਇਹਦੀ ਹਾਲਤ ਸੁਧਾਰੋ, ਫ੍ਰੀ ਬੀਜ਼ ਜਾਂ ਬਾਕੀ ਚੀਜ਼ਾਂ ਜਿਹੜੀਆਂ ਦੇਣੀਆਂ ਉਹਨੂੰ ਪੈਸੇ ਤਾਂ ਦਿਓ। 8000 ਕਰੋੜ ਰੁਪਏ ਚਲੋ ਚਲੋ ਠੀਕ ਹੈ। ਹਾਂਜੀ ਭਾਰਤੀ ਜੀ ਪਲੀਜ਼ ਇਹਦਾ ਜਵਾਬ ਦਿਓ ਜੋ ਜੋ ਚੀਜ਼ਾਂ ਉਹਨਾਂ ਨੇ ਕਹੀਆਂ ਨੇ। ਠੀਕ ਹੈ ਸਾਰੀ ਗੱਲ। ਹਾਂਜੀ 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 ਦੇਖੋ ਗੱਲ ਇਹ ਹੈ ਕਿ ਜਿਸ ਵਕਤ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ, ਇਹ ਤਾਂ ਹੈ ਨਹੀਂ। ਹੁਣ ਜਿਹੜਾ ਕੋਵਿਡ ਦਾ ਪੀਰੀਅਡ ਸੀਗਾ ਜਿੰਦਲ ਸਾਹਿਬ, ਉਹਦੇ ਵਿੱਚ ਕੋਈ ਬਿੱਲ ਸਰਕਾਰ ਦੇ ਨਹੀਂ ਜਮ੍ਹਾਂ ਹੋਏ, ਲੇਕਿਨ ਲੋਕਾਂ ਨੂੰ ਬਿੱਲ ਜ਼ਰੂਰ ਗਏ। ਔਰ ਇਹ ਸਾਰੀ ਭਰਪਾਈ ਜਦੋਂ ਵੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਤਾਂ ਸਰਕਾਰ ਦੇ ਕੋਲ ਜਿਹੜੇ ਫੰਡਸ ਹੁੰਦੇ ਨੇ ਉਹ ਉੱਥੇ ਲੱਗ ਜਾਂਦੇ ਨੇ। ਔਰ ਉਸ ਤੋਂ ਬਾਅਦ ਤੁਸੀਂ ਇਹ ਗੱਲ ਕੀਤੀ ਹੈ ਜਿਹੜੀ ਰੇਟ ਆਫ ਇੰਟਰਸਟ ਵਾਲੀ, ਮੈਂ ਤੁਹਾਨੂੰ ਇੱਕ ਭਾਰਤੀ ਜੀ 1200 ਕਰੋੜ ਵਾਲੇ ਦਾ ਚੀਜ਼ ਦਾ ਜਵਾਬ ਦੇ ਦਿਓ ਜਿਹੜਾ 2 ਕਿਲੋਵਾਟ ਤੋਂ ਘੱਟ ਵਾਲੇ ਨੇ। ਤੁਸੀਂ ਕਹਿ ਰਹੇ ਸੀ ਬਹੁਤ ਥੋੜੇ ਨੇ, ਤਾਂ ਬਹੁਤ ਵੱਡੀ ਅਮਾਉਂਟ ਹੈ। ਤੁਸੀਂ ਦੇਖੋ ਗੱਲ ਇਹ ਹੈ ਜਿਹੜੀ 1200 ਕਰੋੜ ਵਾਲੀ ਗੱਲ ਹੈ ਨਾ, 1200 ਕਰੋੜ ਵਾਲਾ ਕੋਈ ਬਹੁਤੀ ਲੰਬੀ ਐਡੀ ਵੱਡੀ ਫਿਗਰ ਨਹੀਂ ਹੈ। ਇਹ ਫਿਗਰ ਜਿਹੜਾ ਸਾਡਾ GST ਸਾਨੂੰ ਟਾਈਮ ਸਿਰ ਮਿਲ ਜਾਏ ਤਾਂ 1200 ਕਰੋੜ ਨਹੀਂ, ਇਹ ਤਾਂ ਕਈ ਕੁਝ ਹੋਰ ਵੀ ਉੱਥੇ ਕਵਰ ਅਪ ਹੋ ਸਕਦਾ। ਲੇਕਿਨ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਜਿੰਨੀਆਂ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਉਹਨਾਂ ਦੇ ਅੱਗੇ ਆਬਸਟੈਕਲ ਕ੍ਰੀਏਟ ਕਰਕੇ ਉਹਨਾਂ ਨੂੰ ਤੰਗ ਕਰਕੇ ਤਾਂ ਕਿ ਉਹ ਆਪਣੇ ਏਰੀਆ ਦੇ ਵਿੱਚ ਆਪਣੇ ਸਟੇਟਾਂ 'ਚ ਡਿਵੈਲਪਮੈਂਟ ਦੇ ਕੰਮ ਨਾ ਕਰਾ ਸਕਣ। ਠੀਕ ਹੈ, ਆਪਣੇ ਕੋਲ ਟਾਈਮ ਘੱਟ ਹੈ। ਰਿਐਕਸ਼ਨ ਚੰਨੀ ਜੀ ਦਾ ਵੀ ਲੈਣਾ, ਗੋਸ਼ਾ ਜੀ ਦਾ ਵੀ। ਹਾਂਜੀ ਚਲੋ ਕਰ ਲਓ ਕੰਪਲੀਟ। ਬਰੀਫ ਜਿਹੜਾ ਗਰੀਬ ਆਦਮੀ ਨੂੰ ਦੇਣਾ ਹੈ। ਹੁਣੇ ਚੰਨੀ ਜੀ ਨੇ ਕਿਹਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਹੋਰ ਕਿਤੇ ਪ੍ਰੋਬਲਮ ਨਹੀਂ ਹੈਗੀ, ਇਹ ਜੇ ਪ੍ਰੋਬਲਮ ਹੈਗੀ ਤਾਂ ਪੰਜਾਬ 'ਚ ਹੈਗੀ। ਮੈਂ ਚੰਨੀ ਜੀ ਤੁਹਾਡੀ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਦਿੱਲੀ ਦੇ ਚੀਫ ਮਿਨਿਸਟਰ ਨੇ ਲਿਖਿਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ, ਯੂਪੀ ਦੇ ਚੀਫ ਮਿਨਿਸਟਰ ਨੇ ਲਿਖਿਆ ਵੀ ਸਾਡੇ 8 ਯੂਨਿਟ ਬੰਦ ਹੋ ਗਏ। ਔਰ ਉਸ ਦੇ ਬਾਵਜੂਦ ਵੀ ਆਪਾਂ ਐਵੇਂ ਅੱਖਾਂ ਨਾ ਬੰਦ ਕਰ ਲਈਏ। ਪੰਜਾਬ ਇਜ਼ ਆਲਸੋ ਫੇਸਿੰਗ ਅ ਕ੍ਰਾਈਸਿਸ। ਠੀਕ ਹੈ ਚੰਨੀ, ਚਲੋ ਠੀਕ ਹੈ ਭਾਰਤੀ ਜੀ, ਆਪਣੇ ਕੋਲ ਸਮਾਂ ਸੀਮਤ ਹੈ। ਆਪਾਂ ਚੰਨੀ ਜੀ ਦਾ ਕਮੈਂਟ ਲਈਏ, ਆਪਾਂ ਫਿਰ ਗੋਸ਼ਾ ਜੀ ਦਾ ਫਿਰ ਆਪਾਂ ਵਾਈਂਡ ਅਪ ਕਰੀਏ। ਹਾਂਜੀ ਚੰਨੀ ਜੀ, ਤੁਸੀਂ ਸੁਣੀ ਹੈ ਸਾਰੀ ਗੱਲਬਾਤ, ਤਾਂ ਕੇਂਦਰ ਤੇ ਸਿੱਟ ਕੇ ਭਾਰਤੀ ਜੀ ਇਹ ਵੀ ਗੱਲ। ਨਹੀਂ ਉਹ ਭਾਰਤੀ ਜੀ ਨੂੰ ਸ਼ਾਇਦ ਮੇਰਾ ਖਿਆਲ ਮੇਰੀ ਆਵਾਜ਼ ਨਹੀਂ ਪਹੁੰਚੀ ਠੀਕ ਤਰ੍ਹਾਂ ਨਾਲ। ਮੈਂ ਇਹ ਨਹੀਂ ਕਿਹਾ ਸੀਗਾ ਕਿ ਇਕੱਲੇ ਪੰਜਾਬ ਦਾ ਦਿੱਲੀ ਦਾ ਕ੍ਰਾਈਸਿਸ ਹੈ। ਮੈਂ 8 ਸਟੇਟਾਂ ਦਾ ਨਾਮ ਵੀ ਲੈ ਦੂੰਗਾ, ਟਾਈਮ ਲੱਗੂਗਾ, ਉਹ ਜਿਨ੍ਹਾਂ 'ਚ ਇਹ ਕ੍ਰਾਈਸਿਸ ਚੱਲ ਰਿਹਾ। ਪਰ ਉੱਥੇ ਮਿਸਮੈਨੇਜਮੈਂਟ ਹੈਗੀ ਆ ਇਹਨਾਂ ਸਟੇਟਾਂ ਦੇ ਵਿੱਚ, ਕਿਉਂਕਿ ਜਿਹੜੇ ਮੈਂ ਕਿਹਾ ਸੀ ਕੋਲ ਕੰਪਨੀ ਦੇ ਪੈਸੇ ਨਹੀਂ ਦੇਣਗਾ ਤੇ ਕੋਲ ਆਪਾਂ ਦਊਗਾ ਨਹੀਂ। ਪਰ ਜਿਹੜਾ ਸਟਾਕ ਹੈਗਾ ਉਹ ਤਾਂ ਅਸੀਂ ਆਪ ਮੇਨਟੇਨ ਕਰਨਾ ਨਾ। ਸਟਾਕ ਸਾਨੂੰ ਸੈਂਟਰਲ ਗਵਰਨਮੈਂਟ ਥੋੜਾ ਸਟਾਕ ਮੇਨਟੇਨ ਕਰਾਉਣਾ। ਜੇ ਅਸੀਂ ਕਵੇਲੇ ਦਾ ਕੰਮ ਕਵੇਲੇ ਦੀ ਟੱਕਰਾਂ ਤੇ ਇੱਕ ਆਪਾਂ ਇਹ ਕਹਿੰਦੇ ਕਿ ਪੈਸੇ ਵਾਲੀ ਦਾ ਖੇਡੂਗਾ। ਜੇ ਪੈਸੇ ਨਹੀਂ ਸਾਡੇ ਕੋਲ ਤੇ ਸਾਡਾ ਨਿਆਣਾ ਕਿਵੇਂ ਖੇਡੂਗਾ? ਸਾਡੇ ਪਲਾਨ ਕਿੱਦਾਂ ਚੱਲਣਗੇ? ਪੈਸਾ ਹੋਊਗਾ ਤਾਂ ਕੋਲ ਆਏਗਾ ਤਾਂ ਹੀ ਚੱਲਣਗੇ ਨਾ। ਉਹ ਪੈਸਾ ਨਹੀਂ ਹੈ ਕਿਉਂ? ਅਸੀਂ ਤਾਂ ਮੁਫਤ ਵਾਲੇ ਚੱਲੇ ਹੋਏ। ਹਾਂਜੀ ਗੋਸ਼ਾ ਜੀ ਦਿਓ ਕਮੈਂਟ ਦੇ ਉੱਤੇ, ਫਿਰ ਆਪਾਂ ਵਾਈਂਡ ਅਪ ਕਰੀਏ। ਹਾਂਜੀ ਕੰਪਲੀਟ ਕਰੀਏ ਜੀ। ਬਿਲਕੁਲ ਜੀ, ਮੈਨੂੰ ਲੱਗਦਾ ਭਾਰਤੀ ਸਾਹਿਬ ਮੇਰੇ ਵੱਡੇ ਭਰਾ, ਪਰ ਮੈਨੂੰ ਲੱਗਦਾ ਵੀ ਝੂਠ ਦੇ ਉੱਤੇ PhD ਕੀਤੀ ਹੋਈ ਹੈ। ਕਹਿੰਦੇ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਮਾਫ ਕੀਤਾ, ਲੋਕਾਂ ਨੂੰ 1 ਰੁਪਇਆ ਮਾਫ ਨਹੀਂ ਕੀਤਾ, ਨਾ ਇੰਡਸਟਰੀ ਨੂੰ ਮਾਫ ਕੀਤਾ, ਨਾ ਡੋਮੈਸਟਿਕ ਮਾਫ ਕੀਤਾ। ਲੋਕ ਬੜੇ ਪਰੇਸ਼ਾਨ ਹੋਏ, ਲੋਕਾਂ ਨੇ ਲੱਖਾਂ ਲੋਕ। ਚਲੋ ਭਾਰਤੀ ਜੀ ਆਪਾਂ ਲੈ ਲਈ ਕਮੈਂਟ। ਆ ਗਈਆਂ ਸਾਰੀਆਂ ਆ ਗਈਆਂ ਜੀ, ਪੇਮੈਂਟਾਂ ਕੋਈ ਨਹੀਂ ਰੁਕੀ, ਕਿਸੇ ਨੇ ਬਿੱਲ ਨਹੀਂ ਛੱਡਿਆ। ਮੈਂ ਕਹਿ ਰਿਹਾ ਕਿ ਪੇਮੈਂਟ ਆਈ ਨਹੀਂ। ਜੀ ਮੈਨੂੰ ਗੱਲ ਕਰਨ ਦਿਓ, ਮੈਂ ਤੁਹਾਡੇ 'ਚ ਬੋਲਿਆ ਕੋਈ 1 ਰੁਪਈਆ ਸਾਰਿਆਂ ਨੇ ਬਿੱਲ ਤਾਰਿਆ, ਕੋਈ ਬੰਦੇ ਨੂੰ ਮਾਫ ਨਹੀਂ ਬਿੱਲ ਹੋਇਆ। ਸਾਰੇ ਪੈਸੇ ਉਲਟਾ ਉਹਦੇ ਉੱਤੇ ਟੈਕਸ ਲਗਾ ਦਿੱਤਾ ਗਿਆ, ਬਿਜਲੀ ਦੇ ਰੇਟ ਚਲੋ ਭਾਰਤੀ ਜੀ ਇਦਾਂ ਅੱਛਾ ਨਹੀਂ ਲੱਗਦਾ। ਆਪਾਂ ਗੋਸ਼ਾ ਜੀ ਦੀ ਵੀ ਗੱਲ ਸੁਣ ਲਈਏ, ਵਿੱਚ ਏਦਾਂ ਨਾ ਕਰੋ ਤੁਸੀਂ। ਹਾਂਜੀ ਚਲੋ ਗੋਸ਼ਾ ਜੀ ਜਰਾ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਕੰਪਲੀਟ ਕਰੋ। ਹਾਂਜੀ ਉਲਟਾ ਬਿਜਲੀ ਦੇ ਰੇਟ ਮਾਫ ਕੀ ਕਰਨਾ ਸੀ? ਉਲਟਾ ਬਿਜਲੀ ਦੇ ਰੇਟ ਵਧਾ ਕੇ ਸਾਰਿਆਂ ਕੋਲੋਂ ਲੈ ਲਏ, ਉਲਟਾ ਮੀਟਰ ਕੱਟ ਦਿੱਤੇ ਗਏ, ਲੋਕ ਜਮਾ ਕਰਾਉਣ ਦੀਆਂ ਲਾਈਨਾਂ 'ਚ ਲੱਗੇ ਰਹੇ। ਬੜੀ ਮੁਸ਼ਕਿਲ ਪ੍ਰੋਬਲਮ ਆਈ ਹੈ। ਦੇਖੋ ਮੈਂ ਫਿਰ ਕਹਿ ਦਿੰਦਾ, ਜਿਹੜਾ ਇਹ ਕੰਮ ਹੋਇਆ, ਇਹ ਬਾਰ-ਬਾਰ ਕਹਿੰਦੇ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਰੱਦ ਕਰ ਦਾਂਗੇ, ਤੇ ਕੈਪਟਨ ਸਾਹਿਬ ਦਾ ਇਹ ਪਹਿਲਾ ਪੋਲੀਟੀਕਲ ਬਿਆਨ ਸੀ ਕਿ ਬਾਅਦ ਚੋਂ ਬਿਆਨ ਸੀਗਾ? ਇਹਦਾ ਮਤਲਬ ਪਹਿਲਾਂ ਵੀ ਪੋਲੀਟੀਕਲ ਬਿਆਨ ਸੀ, ਬਾਅਦ ਚੋਂ ਵੀ ਪੋਲੀਟੀਕਲ ਬਿਆਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਮੈਂ ਇਹ ਕਹਿਣਾ, ਅੱਜ ਸਟੇਟ ਨੂੰ ਖੜਾ ਕਰਨ ਵਾਸਤੇ ਇੱਕ ਤਾਂ ਕੰਜ਼ੰਪਸ਼ਨ ਹਰ ਵਾਰੀ 500 ਮੈਗਾਵਾਟ ਵੱਧਦੀ ਹੈ, ਇੱਕ ਤਾਂ ਬਿਜਲੀ ਵਧਾਉਣ ਦਾ ਕੰਮ ਹੋਣਾ ਚਾਹੀਦਾ ਵੀ ਆਪਣਾ ਫਸਟ ਪ੍ਰੈਫਰੈਂਸ ਹੈ ਵੀ 24 ਘੰਟੇ ਬਿਜਲੀ ਪੈਦਾ ਹੋਵੇ, 24 ਘੰਟੇ ਬਿਜਲੀ ਮਿਲੇ ਲੋਕਾਂ ਨੂੰ। ਦੂਜੀ ਹੈ ਕਿ ਸਸਤੀ ਬਿਜਲੀ ਮਿਲੇ, ਇੱਥੇ ਵਰਕ ਕਰਨਾ ਚਾਹੀਦਾ, ਦੂਸ਼ਣਬਾਜ਼ੀ ਨਹੀਂ ਪੈਣਾ ਚਾਹੀਦਾ। ਮੈਂ ਤਾਂ ਇਹ ਕਹਿੰਦਾ ਅਸੀਂ ਕਰਕੇ ਜੇ 200 ਯੂਨਿਟ ਫ੍ਰੀ ਕਰਕੇ ਦਿੱਤੇ ਸੀਗੇ, ਚਾਹੇ ਸਟੇਟ ਦਾ ਜੋ ਸੀ ਅਸੀਂ ਕੰਮ ਕਰਕੇ ਦਿਖਾਏ ਆ ਸਟੇਟ ਦੇ ਵਿੱਚ। ਠੀਕ ਹੈ ਗੋਸ਼ਾ ਜੀ, ਧੰਨਵਾਦ ਸਾਰੇ ਮਹਿਮਾਨਾਂ ਦਾ। ਸਾਡੇ ਕੋਲ ਸਮਾਂ ਇੰਨਾ ਹੀ ਸੀ, ਤਾਂ ਧੰਨਵਾਦ ਸਾਰੇ ਮਹਿਮਾਨਾਂ ਦਾ। ਤਾਂ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ, ਜਿਸ ਤਰ੍ਹਾਂ ਦੀਆਂ
ਚੀਜ਼ਾਂ ਸਾਹਮਣੇ ਆਈਆਂ ਨੇ, ਕੱਟ ਸਾਹਮਣੇ ਆਏ, ਤਾਂ ਉਹਦੇ ਉੱਤੇ ਗੱਲਬਾਤ ਕੀਤੀ ਹੈ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਤੇ ਆਸ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸੰਕਟ ਹੈ ਇਸ ਤੋਂ ਉਭਰੇਗਾ ਤੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਦਰੁਸਤ ਰਹਿਣਗੇ। ਲਗਾਤਾਰ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।